ਖੜਿਆਲ ਸਾਹਿਬ, ਇੱਕ ਦੇਸ਼ ਇੱਕ ਚੋਣ, ਕਿ ਕਾਂਗਰਸ ਇਸ ਦੇ ਪੱਖ ਦੇ ਵਿੱਚ ਹੈ ਜਾਂ ਨਹੀਂ ਹੈ? ਪੁਆਇੰਟ ਨੰਬਰ 2, ਕਿਉਂਕਿ ਚਰਚਾਵਾਂ ਇਹ ਵੀ ਨੇ ਕਿ ਇੱਕ ਸਮੇਂ ਕਾਂਗਰਸ ਨੇ ਵੀ ਇਸ ਦੀ ਮੰਗ ਚੁੱਕੀ ਸੀ। ਪੁਆਇੰਟ ਇਹ ਵੀ ਹੈ ਕਿ 1967 ਤੱਕ ਜਦੋਂ ਦੇਸ਼ ਦੇ ਵਿੱਚ ਕਾਂਗਰਸ ਰੂਲ ਕਰ ਰਹੀ ਸੀ, ਉਸ ਸਮੇਂ ਵੱਖ-ਵੱਖ ਥਾਵਾਂ ਤੇ 52 ਚ 57 ਦੇ ਵਿੱਚ 62 ਦੇ ਵਿੱਚ ਇਲੈਕਸ਼ਨ ਇੱਕੋ ਸਮੇਂ ਹੋਏ ਨੇ ਦੇਸ਼ ਦੇ ਵਿੱਚ 1967 ਤੱਕ। ਖੜਿਆਲ ਸਾਹਿਬ, ਉਦੋਂ ਹਾਲਾਤ ਕੁਝ ਹੋਰ ਸੀ, ਅੱਜ ਹਾਲਾਤ ਕੁਝ ਹੋਰ ਹੈ। ਉਦੋਂ ਸਾਡੀ ਪੋਪੂਲੇਸ਼ਨ ਕੁਝ ਹੋਰ ਸੀ, ਸੂਬਿਆਂ ਦੇ ਨੰਬਰ ਹੋਰ ਸੀ, यूटीज ਦਾ ਨੰਬਰ ਹੋਰ ਸੀ, ਸਰਕਮਸਟੈਂਸਸ ਹੋਰ ਸੀ। ਅੱਜ ਇੰਟਾਇਰਲੀ ਡਿਫਰੈਂਟ ਹੈ, ਸੋ ਕੰਪੇਅਰ ਨਹੀਂ ਕੀਤਾ ਜਾ ਸਕਦਾ। ਨੰਬਰ 1, ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਇੱਕ ਦੇਸ਼ ਇੱਕ ਇਲੈਕਸ਼ਨ ਹੋਣਾ ਚਾਹੀਦਾ ਹੈ। ਕੱਲ ਨੂੰ ਕਹਿਣਗੇ ਇੱਕ ਦੇਸ਼ ਹੋਵੇ, ਇੱਕ ਪਾਰਟੀ ਹੋਵੇ ਤੇ ਇਲੈਕਸ਼ਨ ਹੀ ਨਾ ਹੋਵੇ। ਇਹ ਬਹੁਤ ਜਲਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਚੀਜ਼ ਤੇ ਵੀ ਆਊਗੀ। ਤੇ ਮੈਂ ਬੀਜੇਪੀ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਹਿੰਦੁਸਤਾਨ ਇੱਕ ਯੂਨਿਟੀ ਇਨ ਡਾਈਵਰਸਿਟੀ ਹੈ। ਤੇ ਹਿੰਦੁਸਤਾਨ ਨਾ ਗੌਰਵ ਜੀ ਇੱਕ ਖੂਬਸੂਰਤ ਫੁੱਲਾਂ ਦਾ ਗੁਲਦਸਤਾ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੁੰਦੀ ਹੈ ਗੁਲਦਸਤਾ ਪਰੇ ਹੋ ਜਾਏ, ਖਤਮ ਹੋ ਜਾਏ ਤੇ ਸਿਰਫ ਔਰ ਸਿਰਫ ਜਿਹੜਾ ਲੋਟਸ ਹੈ, ਕਮਲ ਦਾ ਫੁੱਲ ਹੈ, ਇਹ ਖਿਲ ਜੇ ਪੂਰੇ ਦੇਸ਼ ਦੇ ਵਿੱਚ। ਤਾਂ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਦੀਆਂ ਇਹ ਗੱਲਾਂ ਕਰ ਰਹੇ। ਹੁਣ ਸਵਾਲ ਇਹ ਉੱਠਦਾ ਹੈ ਗੌਰਵ ਜੀ ਕਿ ਲੋਕਤੰਤਰ ਦੇ ਵਿੱਚ ਡਿਸਕਸ਼ਨ ਹੁੰਦੀ ਹੈ, ਡਿਲੀਬਰੇਸ਼ਨ ਹੁੰਦੀ ਹੈ, ਡਿਬੇਟ ਹੁੰਦੀ ਹੈ, ਫੇਰ ਮਨ ਬਣਾਉਂਦੀ ਹੈ ਸਰਕਾਰ। ਲੇਕਿਨ ਇਹਨਾਂ ਨੇ ਕੀ ਕੀਤਾ, ਮਨ ਬਣਾ ਲਿਆ, ਫੈਸਲਾ ਕਰ ਲਿਆ ਵੀ ਅਸੀਂ ਕਰਨਾ ਹੈ ਤੇ ਉਹ ਤੋਂ ਬਾਅਦ ਕਹਿ ਰਹੇ ਅਸੀਂ ਡਿਸਕਸ਼ਨ ਕਰਾਂਗੇ ਜੀ। ਇਹਨੂੰ ਲੋਕਤੰਤਰ ਨਹੀਂ, ਇਹਨੂੰ ਡੰਡਾ ਤੰਤਰ ਕਹਿੰਦੇ ਆ। ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਪੁੱਛਣਾ ਚਾਹਣਾ ਹੈ, ਕਿਹੜੇ ਸੂਬਿਆਂ ਨਾਲ ਕੰਸਲਟ ਕੀਤਾ ਜੀ ਤੁਸੀਂ? ਕਿਹੜੀ ਯੂਟੀਜ਼ ਨਾਲ ਕੰਸਲਟ ਕੀਤਾ? ਕਿਹੜੀਆਂ ਪੋਲੀਟੀਕਲ ਪਾਰਟੀਆਂ ਨਾਲ ਕੰਸਲਟ ਕੀਤਾ? ਕਿਹੜੇ ਲੋਕਾਂ ਨਾਲ, ਕਿਹੜੇ ਸਟੇਕ ਹੋਲਡਰਸ ਨਾਲ ਕੰਸਲਟ ਕੀਤਾ? ਗੌਰਵ ਜੀ, ਇਹਦਾ ਮਤਲਬ ਪਤਾ ਕੀ ਹੈ ਜੀ, ਵਨ ਨੇਸ਼ਨ ਵਨ ਇਲੈਕਸ਼ਨ ਦਾ, ਕਿ ਕੋਆਪਰੇਟਿਵ ਫੈਡਰਲਿਜ਼ਮ ਜੋ ਹਿੰਦੁਸਤਾਨ ਹੈ ਉਹਨੂੰ ਖਤਮ ਕਰਨਾ, ਫੈਡਰਲ ਢਾਂਚੇ ਨੂੰ ਅੰਡਰਮਾਈਨ ਕਰਨਾ। ਰੀਜਨਲ ਪਾਰਟੀਆਂ ਮੈਂ ਦੱਸਦਾ ਜਿਹੜੀਆਂ ਸੂਬੇ ਦੀਆਂ ਪਾਰਟੀਆਂ ਨਾ ਉਹ ਇਰਰੈਲੇਵੈਂਟ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਸੂਬਿਆਂ ਦੇ ਜਿਹੜੇ ਮੁੱਦੇ ਹੈ, ਇਸ਼ੂਜ਼ ਹੈ, ਟ੍ਰੈਡੀਸ਼ਨਸ ਹੈ, ਕਲਚਰਸ ਹੈ, ਰੀਜਨਸ ਹੈ, ਰਿਲੀਜਨਸ ਹੈ, ਸਾਰੇ ਅੰਡਰਮਾਈਨ ਹੋ ਜਾਣਗੇ। ਇਸ ਚੀਜ਼ ਕਰਕੇ ਬਹੁਤ ਜ਼ਰੂਰੀ ਹੈ। ਗੌਰਵ ਜੀ ਪਤਾ ਕੀ ਹੈ, ਫਰਜ਼ ਕਰੋ ਭਾਰਤੀ ਜਨਤਾ ਪਾਰਟੀ ਨੇ ਆਪਾਂ ਨੂੰ ਹੁਣ 2014 ਦੇ ਵਿੱਚ ਮੂਰਖ ਬਣਾਇਆ ਕਿ 5-5 ਲੱਖ ਦਵਾਂਗੇ, 2 ਕਰੋੜ ਜੌਬਸ ਇੱਕ ਸਾਲ ਦੀਆਂ ਦਵਾਂਗੇ, ਫਾਰਮਰਸ ਇਨਕਮ ਡਬਲ ਕਰਾਂਗੇ। ਲੋਕਾਂ ਨੇ ਕੀ ਕੀਤਾ, ਜਦੋਂ ਦੇਖਿਆ ਵਾਦਾ ਨਹੀਂ ਡਿਲੀਵਰ ਕੀਤਾ, ਇਹਨਾਂ ਨੂੰ ਸੂਬਿਆਂ ਦੇ ਵਿੱਚ ਹਰਾਉਣ ਲੱਗ ਗਏ ਲੋਕ। ਕਰਨਾਟਕਾ 'ਚ ਵੀ ਹਰਾਇਆ ਇਹਨਾਂ ਨੂੰ, ਹਿਮਾਚਲ 'ਚ ਵੀ ਹਰਾਇਆ, ਹੋਰ ਵੀ ਹਰਾਉਣਗੇ। ਸੋ ਜੇ ਵਨ ਨੇਸ਼ਨ ਵਨ ਇਲੈਕਸ਼ਨ ਹੋਊਗਾ ਤਾਂ ਲੋਕ ਆਪਦਾ ਪੀਸ ਆਫ ਮਾਈਂਡ, ਆਪਦਾ ਕ੍ਰਿਟਿਸਿਜ਼ਮ, ਆਪਦਾ ਫੀਡਬੈਕ ਕਿਵੇਂ ਦੇਣਗੇ? मतलब की अकाउंटेबिलिटी खत्म, जवाबदेही बिल्कुल खत्म, रिस्पॉन्सिबिलिटी बिल्कुल खत्म। ते भारतीय जनता पार्टी की सरकार की तो एक आदत है जी, 4.5 साल काम कोई नहीं करना, कैंपेनिंग करनी तो अखीरले 6 महीने च काम करते सीगे। हुण वो भी बंद हो चुका इस चीज करके। एलपीजी सिलेंडर का उदाहरण ले लो, आज 4.5 साल रेट होया रहा, छत तक टच कर रहा सीगा। थोड़े टाइम पहला इन्होंने की किया, इलेक्शन तो 6 महीने पहला 200 रुपया घटाता। ये भारतीय जनता पार्टी का मोडस ऑपरेंडी है। हुण जरूरी गल गौरव जी ये है जी, पैसा बचूगा। पैसा मैं पूछता जोशी साहब किवें बचूगा? जे साइमल्टेनियस इलेक्शन कराउणा ना तां थोड़ी वीवीपैट ते ईवीएम ते 10,000 करोड़ दा 10,000 करोड़ दा खर्चा करना पैना है। कि उत्थे पैसे वाली आर्गूमेंट तुसीं दे सकदे हो बचूगा? दूजी गल गौरव जी, हुण मेरा सवाल जोशी साहब नूं है कि जोशी साहब ਜਦੋਂ ਪੰਚਾਇਤ ਨੂੰ ਡਿਸੋਲਵ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਬੀਜੇਪੀ ਨੇ ਗੱਲ ਕਹੀ, ਬੀਜੇਪੀ ਕਹਿੰਦੀ ਤੁਸੀਂ ਟੈਨਿਓਰ ਤੋਂ ਪਹਿਲਾਂ ਕਿਉਂ ਡਿਸੋਲਵ ਕਰਤਾ, ਕਿਉਂ ਭੰਗ ਕਰਤਾ ਪੰਚਾਇਤਾਂ ਨੂੰ? ਸਰਪੰਚਾਂ ਕੋਲੇ 6-6 ਮਹੀਨੇ ਹੋਰ ਸੀਗੇ। ਹੁਣ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੱਸੇ, ਹੁਣ ਇਹ ਸੂਬੇ ਹੈ ਵੱਖਰੇ ਵੱਖਰੇ ਸੂਬਿਆਂ 'ਚ ਕਿਸੇ ਸਰਕਾਰ ਦਾ ਟੈਨਿਓਰ 1 ਸਾਲ ਦਾ ਹੋਇਆ, ਕਿਤੇ 2 ਸਾਲ ਦਾ ਹੋਇਆ, ਕਿਤੇ 3 ਸਾਲ ਦਾ ਹੋਇਆ। ਹੁਣ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣ ਲਈ ਗੌਰਵ ਜੀ ਇਹਨਾਂ ਨੂੰ ਡਿਸੋਲਵ ਤਾਂ ਕਰਨਾ ਪੈਣਾ, ਤਾਂ ਹੀ ਕਰ ਸਕਣਗੇ, ਨਹੀਂ ਤਾਂ ਕਰ ਨਹੀਂ ਸਕਦੇ। ਸੋ ਜੇ ਡਿਸੋਲਵ ਕਰਦੇ ਹੈ ਤਾਂ ਪਹਿਲਾਂ ਤਾਂ ਸੰਵਿਧਾਨ ਨੂੰ ਵਾਇਲੇਟ ਕਰਦੇ ਆ, ਲੋਕਾਂ ਦੇ ਵੋਟ ਨੂੰ, ਮਤਦਾਨ ਨੂੰ ਵਾਇਲੇਟ ਕਰਦੇ ਆ, ਟੈਨਿਓਰ ਨੂੰ ਵਾਇਲੇਟ ਕਰਦੇ ਆ ਤੇ ਲੋਕਤੰਤਰ ਨੂੰ ਵਾਇਲੇਟ ਕਰਦੇ ਆ। ਅਗਲੀ ਚੀਜ਼ ਤੁਸੀਂ ਇਹ ਦੇਖੋ ਗੌਰਵ ਜੀ ਕਿ ਜੇ ਕਰੋ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ ਕਿਸੇ ਸੂਬੇ ਦੇ ਵਿੱਚ 6 ਮਹੀਨਿਆਂ ਬਾਅਦ ਸਰਕਾਰ ਬਣਨ ਦੇ ਤੇ ਸਰਕਾਰ ਗਈ ਡਿੱਗ, ਫਿਰ ਇਹ ਕੀ ਪ੍ਰੈਜ਼ੀਡੈਂਟ ਰੂਲ ਲਾ ਕੇ ਰੱਖਣਗੇ 4.5 ਸਾਲਾਂ ਲਈ? 4.5 ਸਾਲ ਬਗੈਰ ਸਰਕਾਰ ਦੇ ਕੀ ਸੂਬਾ ਚੱਲੂਗਾ? ਕਿ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣਾ ਹੈ? ਪੋਸੀਬਲ ਨਹੀਂ ਹੈ। ਅਗਲਾ, ਪੰਚਾਇਤ ਤੇ ਮੁਨਸਿਪੈਲਿਟੀ ਸਟੇਟ ਸਬਜੈਕਟ ਦੇ ਵਿੱਚ ਆਉਂਦੇ ਆ।
तो भारतीय जनता पार्टी की सरकार दसे कि ਜਿਹੜੀ ਚੀਜ਼ ਆਉਂਦੀ ਸਟੇਟ ਇਲੈਕਸ਼ਨ ਕਮਿਸ਼ਨ ਤੇ ਸਟੇਟ ਸਬਜੈਕਟ ਦੇ ਅੰਡਰ ਹੈ ਉਹਨੂੰ ਤੁਸੀਂ ਕਿਵੇਂ ਛੇੜਛਾੜ ਉਹਦੇ ਨਾਲ ਕਰ ਸਕਦੇ ਹੋ। ਅਗਲੀ ਇਨਫੈਕਟ ਇਹ ਖੜਿਆਲ ਸਾਹਿਬ ਮੈਂ ਵੀ ਪੁਆਇੰਟ ਚੁੱਕੇ ਨੇ ਕਿ ਜੇਕਰ ਸਰਕਾਰ ਡਿੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੀ ਹੋਏਗਾ 3 ਸਾਲ 4 ਸਾਲ। ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਗੱਲ ਇਹ ਕਿ ਕਮੇਟੀ ਬਣਾਈ ਗਈ ਹੈ, ਸ਼ਾਇਦ ਉਹ ਕਮੇਟੀ ਇਹਨਾਂ ਚੀਜ਼ਾਂ ਦੇ ਉੱਤੇ ਸੁਝਾਅ ਕੋਈ ਰੱਖ ਦੇਵੇ ਕਿ ਇਸ ਤਰੀਕੇ ਨਾਲ ਹੋ ਸਕਦਾ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਇੱਕ ਵਾਰੀ ਮੈਂ ਟਾਂਡਾ ਸਾਹਿਬ ਦਾ ਰੁਖ ਕਰ ਲਵਾਂ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਟਾਂਡਾ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦਾ ਸਮਰਥਨ ਕਰਦੇ ਨਜ਼ਰ ਆਏ ਨੇ, ਇੱਕ ਦੇਸ਼ ਇੱਕ ਚੋਣ ਦਾ। ਕੀ ਫਾਇਦਾ ਅਕਾਲੀ ਦਲ ਨੂੰ ਨਜ਼ਰ ਆ ਰਿਹਾ ਹੈ ਕਿ ਜੇ ਇੱਕੋ ਸਮੇਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇਸ਼ ਭਰ ਦੇ ਵਿੱਚ ਇਕੱਠੀਆਂ ਹੁੰਦੀਆਂ? फायदा अकाली दल की गल नहीं है गौरव जी, फायदा यह है कि इलैक्शनां बहुत एलैबोरेट ते बहुत एक्सपेंसिव होंदियां जा रही हैं। ये चाहे कोई बोले या ना बोले, ये हार्ड। थोड़ी आवाज नहीं आ रही सर, थोड़ा टेक्निकल इशू लग रहा है कोई नेटवर्क का। मैं टांडा साहब वापस आना तुहाडे कोल, होपफुली तुहाडी आवाज साडे तक पहुंचे। जोशी छोटा जिहा कमेंट तुहाडा बहुत जरूरी है। हाँ देखो, इन्होंने कहा जी फायदा दसो की है। एक सिंपल जी गल है, जो भी कोई बंदा सरकारी महकमे में अपना काम कराउण जांदा या किसी तरह का काम हुंदा वा, आचार संहिता लग जाती बार बार। हुण ये गल करदे पे ने कि इहदा फायदा दसो, जो बार बार आचार संहिता लगनी आ ते लोकां दे कामकार दे उत्ते माड़ा असर पैंदा। और दूजी गल है कि ये कहंदे 10,000 करोड़ दी लगनी है ईवीएम मशीन आ लगना। बई मेरी गल सुनो, ये अजे डिस्कशन चलनी आ, इत्ते उत्ते बहस होनी आ। अजे कमेटी का गठन हो गया वा, उहदे विच वख-वख तरह दे देखो पूर्व महामहिम राष्ट्रपति जी कोविंद जी इहदे इन्होंने बनाए हुए ने, अध्यक्ष बनाए हुए ने, और नीति आयोग, लॉ कमीशन, बड़े तरह के इहदे विच कमीशन आने ने जिन्होंने अपने अपने विचार देने ने। ये कहंदे तुसीं किहदे कोल पुछ के कीता? ਉਹ ਬਈ ਤੁਸੀਂ ਨਾ ਲੋਕਾਂ ਦੇ ਵਿੱਚ ਤੁਹਾਡੇ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਤੁਸੀਂ ਨਾ ਗੱਲ ਨਹੀਂ ਕਰਦੇ ਕਿਸੇ ਨਾਲ, ਕਿ ਕਿਸੇ ਪੋਲੀਟੀਕਲ ਪਾਰਟੀ ਆਲ ਪਾਰਟੀ ਮੀਟਿੰਗ ਸੱਦ ਲਈ ਜਾਵੇ, ਉਸ ਤੋਂ ਬਾਅਦ ਕੋਈ ਡਿਸੀਜਨ ਲਿਆ ਜਾਵੇ ਜਾਂ ਸੋਚਿਆ ਜਾਵੇ, ਸਿੱਧਾ ਤੁਸੀਂ ਆ ਕੇ ਦੱਸ ਦਿਓ ਕਿ ਆਹ ਦੇਖੋ ਅਸੀਂ ਕਰ ਦਿੱਤਾ ਜਾਂ ਕਰਨ ਜਾ ਰਹੇ ਹਾਂ। ਸਪੈਸ਼ਲ ਸੈਸ਼ਨ ਨਹੀਂ ਕੱਲਾ ਬੀਜੇਪੀ ਆਸੇ ਥੋੜੀ ਸੱਦਿਆ ਵਾ, ਨਹੀਂ ਕਮੇਟੀ ਤਾਂ ਉਸ ਤੋਂ ਪਹਿਲਾਂ ਹੀ ਬਣਾ ਦਿੱਤੀ। ਗੱਲ ਸੁਣੋ, ਹੁਣ ਸਰਕਾਰ ਦੇ ਆਪਣੇ ਆਪਣੇ ਕੰਮ ਕਰਨ ਦੇ ਕਾਨੂੰਨ ਕਾਇਦੇ ਜਾਂ ਦੇ ਉਹਨੂੰ ਚੈਲੰਜ ਕਰ ਦੇਣ। ਹੁਣ ਜੇ ਸਾਰਿਆਂ ਨੂੰ ਬੁਲਾਇਆ ਵਾ, ਸਾਰੇ ਦੀ ਗੱਲ ਅਸੀਂ ਸਾਰਿਆਂ ਦੀ ਗੱਲਾਂ ਸੁਣਦੇ ਆ, ਠੀਕ ਹੈ, ਅਸੀਂ ਐਸਮਾ ਨਹੀਂ ਲਾਉਂਦੇ ਪੰਜਾਬ ਵਾਂਗੂ। ਦੇਖੋ ਜਿਹੜੀ ਐਸਮਾ ਲੱਗੀ ਆ, ਇਹ ਕਹਿੰਦੇ ਨੇ ਕਿ ਸਰ ਮੈਂ ਗੱਲ ਕਰ ਰਿਹਾ ਨਾ, ਦੇਖੋ ਇਦਾਂ ਫਿਰ ਨਾ ਓਵਰਲੈਪਿੰਗ ਹੋਈ ਨਹੀਂ। ਕੀ ਕਰਕੇ ਸਰ ਮੈਂ ਟਾਂਡਾ ਸਾਹਿਬ ਦਾ ਰਿਐਕਸ਼ਨ ਲੈਣਾ, ਮੈਂ ਫਿਰ ਨਾ ਡਿਬੇਟ ਦਾ ਨਹੀਂ ਠੀਕ ਹੈ, ਤੁਹਾਡੀ ਗੱਲ ਆ ਗਈ, ਪਾਸੇ ਨਾ ਲਿਆਓ ਨਾ। ਐਸਮਾ ਪਹਿਲੀ ਗਲਤ ਕਰ ਰਹੇ ਹੋ, ਇਹਦਾ ਮਤਲਬ ਤੁਸੀਂ ਗਲਤ ਕਰ ਰਹੇ ਹੋ। ਨਹੀਂ, ਪਹਿਲੀ ਵਾਰੀ ਭਗਵੰਤ ਮਾਨ ਸਾਹਿਬ ਨੇ ਐਸਮਾ ਲੋਕਾਂ ਲਈ ਯੂਜ਼ ਕੀਤਾ, ਕਾਲੇ ਕਾਨੂੰਨ ਬਣਾਏ। ਤੁਸੀਂ ਜਵਾਬ ਦੇ ਲਓ ਸੰਗੇੜਾ ਸਾਹਿਬ, ਥੋੜੀ ਵੇਟ ਕਰਿਓ ਪਲੀਜ਼। ਨਹੀਂ ਦੇਖੋ ਐਵੇਂ ਚਰਚਾ ਨਹੀਂ ਹੋ ਪਾਏਗੀ, ਆਪਾਂ ਮੁੱਦੇ ਤੋਂ ਭਟਕ ਜਾਂਦੇ ਹਾਂ ਹਰ ਵਾਰੀ। ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ। ਨਹੀਂ ਠੀਕ ਹੈ ਜੋਸ਼ੀ, ਤੁਹਾਡਾ ਪੁਆਇੰਟ ਆਫ ਕਲੀਅਰ ਹੋ ਗਿਆ ਸਰ। 10 ਸੈਕਿੰਡਸ ਦੇ ਵਿੱਚ ਕਲੀਅਰ ਕਰੋ ਪਲੀਜ਼ ਸਰ। ਟਾਂਡਾ ਜੀ ਵੇਟ ਕਰ ਰਹੇ ਨੇ, ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਨਹੀਂ ਪਲੀਜ਼ ਜੋਸ਼ੀ ਜੀ 10 ਸੈਕਿੰਡਸ ਦੇ ਵਿੱਚ ਕਲੀਅਰ ਕਰੋ। ਜੋਸ਼ੀ ਜੀ 10 ਸੈਕਿੰਡਸ ਤੁਸੀਂ ਆਪਣੀ ਗੱਲ ਕਲੀਅਰ ਕਰੋ। ਇੱਕ ਦੇਸ਼ ਇੱਕ ਚੋਣ ਦੇ ਉੱਤੇ ਆਪਾਂ ਫੋਕਸ ਕਰ ਰਹੇ ਹਾਂ ਬਸ। ਇਹਦੇ ਵਿੱਚ ਇਹ ਇੱਕ ਰਾਸ਼ਟਰੀ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਨਾ, ਇਹ ਕਹਿੰਦੇ ਵੱਖ-ਵੱਖ ਸਾਡੇ ਗੁਲਦਸਤੇ ਨੇ ਭਾਈ ਸਾਹਿਬ। ਹਿੰਦੁਸਤਾਨ ਤੇ ਇੱਕ ਵਾ ना, नेशन ते एक वा ना, भारत कोई भूमि का टुकड़ा नहीं, एक जीता जाता राष्ट्र पुरुष है। असी कदों क्या ਇਹਦੇ ਵਿੱਚ ਕੋਈ ਗਲਤ ਗੱਲਾਂ ਹੋਣੀਆਂ। ये वंदन की धरती है, अभिनंदन की धरती है, इसका कंकर कंकर हमारे लिए शंकर है, इसकी नदी नदी हमारे लिए गंगा है। ਅਸੀਂ ਤੇ ਚੱਲਦੇ ਭਾਰਤੀ ਜਨਤਾ ਪਾਰਟੀ ਤੇ ਚੱਲਦੀ ਹੀ ਰਾਸ਼ਟਰੀ ਏਕਤਾ ਦੇ ਨਾਲ। ਤੁਸੀਂ ਕਿੱਦਾਂ ਕਹਿਤਾ ਸੀ ਆਡੋ? ਦੂਸਰੀ ਗੱਲ, ਇਹ ਖਰਚਿਆਂ ਦੀ ਗੱਲ ਕਰਦੇ ਪਏ ਨੇ। ਇਹਦਾ ਮਤਲਬ ਕਿ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਵਕਤਾ ਗੱਲ ਕਰਦੇ ਪਏ ਨੇ ਕਿ ਇਹਨਾਂ ਨੇ ਇੱਕ ਦਿਨ ਕਹਿ ਦੇਣਾ ਜੀ ਇੱਕ ਨੇਸ਼ਨ ਇੱਕ ਪਾਰਟੀ। ਇਹ ਪਹਿਲਾਂ ਹੀ ਮੰਨ ਚੁੱਕੇ ਨੇ ਕਿ ਇਹਨਾਂ ਨੇ ਵੀ ਬੀਜੇਪੀ ਜੁਆਇਨ ਕਰਨੀ ਆ। ਸੋ ਇਹ ਚਲੋ ਇੱਕ ਵਾਰੀ ਆਪਾਂ ਰਿਐਕਸ਼ਨ ਲਈਏ। ਟਾਂਡਾ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ, ਕੁਝ ਟੈਕਨੀਕਲ ਇਸ਼ੂ ਆਇਆ। ਪਲੀਜ਼ ਕਰ ਲਓ, ਇਹ ਡਰਦੇ ਪਏ ਨੇ। ਟਾਂਡਾ ਸਾਹਿਬ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ। ਨਰਿੰਦਰ ਭਾਈ ਮੋਦੀ ਜੀ ਦੇ ਜਿਹੜੇ ਕਿ ਯੁੱਗ ਪੁਰਸ਼ ਨੇ, ਜਿਨ੍ਹਾਂ ਦੇ ਨਾਂ ਦੇ ਨਾਲ ਯੁੱਗ ਰਾਜਨੀਤੀ। ਠੀਕ ਹੈ ਸਰ, ਉਹਨਾਂ ਦੀ ਵਾਰੀ ਆਊਗੀ, ਉਹ ਤੁਹਾਨੂੰ ਜਵਾਬ ਜ਼ਰੂਰ ਦੇਣਾ ਚਾਹਣਗੇ। ਖੜਿਆਲ ਸਾਹਿਬ ਵੀ ਔਰ ਸੰਘੇੜਾ ਜੀ ਪਲੀਜ਼ ਵੇਟ ਕਰਿਓ ਥੋੜਾ ਜਿਹਾ। ਪਹਿਲਾਂ ਮੈਂ ਟਾਂਡਾ ਸਾਹਿਬ ਦਾ ਰੁਕ ਕਰ ਲਾਂ। ਟਾਂਡਾ ਜੀ ਤੁਹਾਡੀ ਆਵਾਜ਼ ਹੋਪਫੁਲੀ ਆਏਗੀ, ਹੁਣ ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ। ਗੌਰਵ ਜੀ, ਨੈਸ਼ਨਲ ਲੈਵਲ ਤੇ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਬੜੀਆਂ ਐਕਸਪੈਂਸਿਵ ਹੋ ਗਈਆਂ, ਚਾਹੇ ਅਸੈਂਬਲੀ ਦੀਆਂ ਹੋਣ ਚਾਹੇ ਪਾਰਲੀਮੈਂਟ ਦੀਆਂ ਹੋਣ ਜੀ। ਐਂਡ ਦੂਸਰਾ ਇਹ ਵੀ ਹੈ ਕਿ ਟਾਈਮ ਟੂ ਟਾਈਮ ਜਦ ਇਲੈਕਸ਼ਨਸ ਹੁੰਦੀਆਂ ਉਹਦੇ ਨਾਲ ਇਹ ਵੀ ਦਿੱਕਤ ਆਉਂਦੀ ਹੈ ਬਾਰ-ਬਾਰ ਕਿ ਚੋਣ ਪ੍ਰਚਾਰ ਦੇ ਨਾਲ ਮਾਡਲ ਕੋਡ ਆਫ ਕੰਡਕਟ ਵੀ ਲੱਗਦਾ ਹੈ। ਐਂਡ ਜੇ ਇੱਕ ਹੋ ਜਾਣ
ਇਹਦੇ ਲਈ ਜੇ ਤੁਸੀਂ ਜਿਹੜੀਆਂ ਸ਼ੰਕਾ ਕੀਤੀਆਂ ਕਿ ਭੰਗ ਹੋਣਗੀਆਂ, ਇਹ ਤਾਂ ਟ੍ਰਾਂਜੀਸ਼ਨਲ ਪੀਰੀਅਡਸ ਡਿਸਕਸ ਹੋਣਗੇ ਕਿ ਕਿਸ ਤਰ੍ਹਾਂ ਹੋਣੀਆਂ। ਜੇ ਪਹਿਲੀ ਵਾਰ ਰਾਜ ਸਭਾ ਗਠਿਤ ਹੋਈ ਸੀ 6 ਸਾਲ ਲਈ ਹੋਈ ਸੀ ਤੇ 2 ਸਾਲ ਬਾਅਦ 1/3 ਬਾਈ ਲੋਟਰੀ ਰਿਟਾਇਰ ਹੁੰਦੇ ਰਹੇ ਤੇ ਨਵੇਂ ਇਲੈਕਟ ਹੁੰਦੇ ਰਹੇ। ਇਹ ਤਾਂ ਇੱਕ ਸਿਸਟਮ ਬਣਾਉਣਾ ਪਊਗਾ, ਇੱਕ ਵਰਕਿੰਗ ਅਰੇਂਜਮੈਂਟ ਬਣਾਉਣਾ ਪਊਗਾ ਕਿ ਜੇ ਇੱਕ ਸੂਬੇ 'ਚ ਮੈਜੋਰਿਟੀ ਚਲੇ ਜਾਂਦੀ ਹੈ ਤਾਂ 5 ਸਾਲ ਬਾਅਦ ਕਿੱਦਾਂ ਮੈਜੋਰਿਟੀ ਆਊਗੀ। ਮੈਂ ਤਾਂ ਇੱਕ ਸਟੈਪ ਹੋਰ ਗਾਹਾਂ ਕਰਨਾ, ਇਹ ਇਲੈਕਸ਼ਨਾਂ ਦੀ ਚਾਹੇ 2 ਦਿਨ ਦੀ ਇਲੈਕਸ਼ਨ ਹੋ ਜਾਵੇ, ਇਹਦੇ ਨਾਲ ਪੰਚਾਇਤੀ ਰਾਜ ਦੀ ਵੀ ਤੇ ਦੂਸਰੀ ਵੀ ਨਾਲ ਹੋਣੀ ਚਾਹੀਦੀ ਹੈ, ਜਿਹਨੂੰ ਸਕਟਲ ਕਰ ਦਿੱਤਾ ਅੱਜ ਦੀ ਡੇਟ 'ਚ, ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ। ਜਿਹੜਾ ਸਰਕਾਰ ਰਾਜ 'ਚ ਆ ਜਾਂਦੀ ਹੈ ਉਹ ਧੱਕੇ ਨਾਲ ਆਪਣੇ ਬੰਦੇ ਜਿਤਾ ਕੇ ਜਾਂਦੀ ਹੈ, ਉਸ ਬਾਰੇ ਕੋਈ ਨਹੀਂ ਗੱਲ ਕਰਦਾ। ਫੈਡਰਲ ਸਟਰਕਚਰ ਦੀ ਚਿੰਤਾ ਬੜਿਆਂ ਨੂੰ ਹੁੰਦੀ ਹੈ, ਪਰ ਜਦ ਫੈਡਰਲ ਸਟਰਕਚਰ ਦੀ ਇੰਪਲੀਮੈਂਟੇਸ਼ਨ ਆ ਜਾਂਦੀ ਹੈ ਕੋਈ ਕਰਦਾ ਨਹੀਂ। ਫੈਡਰਲ ਸਟਰਕਚਰ ਦਾ ਨਾਸ ਹੁਣੀ ਮਾਰਿਆ ਸੀ ਆਮ ਆਦਮੀ ਪਾਰਟੀ ਨੇ, ਐਂਡ ਜਿਹੜਾ ਕਿਹਾ ਕੀ ਸੀਗਾ, 2 ਅਫਸਰਾਂ ਨੂੰ ਸਸਪੈਂਡ ਕਰਤਾ, ਜਦ ਕਿ ਮੁੱਖ ਮੰਤਰੀ ਜੀ ਨੇ ਪਾਸ ਕੀਤਾ ਤੇ ਨਾਲ ਮੰਤਰੀ ਜੀ ਨੇ ਪਾਸ ਕੀਤਾ। ਮੁੱਖ ਮੰਤਰੀ ਨੂੰ ਤਾਂ ਮੋਰਲੀ ਰਿਜ਼ਾਈਨ ਕਰਨਾ ਚਾਹੀਦਾ ਹੈ। ਲੈਟ ਅਸ ਨਾਓ ਰਾਈਜ਼। ਫੇਰੇ ਉਧਰ ਨੂੰ ਤੁਰ ਪਿਆ, ਮੈਂ ਜਵਾਬ ਦਊਂਗਾ, ਫੇਰ ਇਹਨਾਂ ਨੇ ਕਹਿਣਾ ਵਿੱਚ ਨਹੀਂ ਠੀਕ ਹੈ, ਤੁਸੀਂ ਜਵਾਬ ਦੇ ਲਿਓ। ਡਿਬੇਟ ਤਾਂ ਸਰ ਇੱਕ ਦਿਨ ਪਹਿਲਾਂ ਇਸੇ ਮੁੱਦੇ ਦੇ ਉੱਤੇ ਸੀ, ਪੰਚਾਇਤੀ ਜਿਹੜੀਆਂ ਭੰਗ ਕਰਨ ਵਾਲੇ ਇਸ਼ੂ ਦੇ ਉੱਤੇ ਸੀ। ਟਾਂਡਾ ਜੀ ਕੰਪਲੀਟ ਕਰ ਲਓ ਤੁਸੀਂ। ਮੈਂ ਤਾਂ ਇੱਕ ਐਡ ਕਰ ਰਿਹਾ ਕਿ ਇਹ ਵੀ ਹੋਣੀ ਚਾਹੀਦੀ ਹੈ। ਸੰਘੇੜਾ ਸਾਹਿਬ ਗੁੱਸਾ ਨਾ ਖਾਇਆ ਕਰੋ, ਅਸੀਂ ਤੁਹਾਨੂੰ ਪੂਰੇ ਪੰਜਾਬ 'ਚ ਹੀ ਰੋਜ਼ ਡਾਂਗਾ ਖਾਈ ਜਾਂਦੇ ਹਾਂ, ਤੁਹਾਡੀਆਂ ਟੀਵੀ ਤੇ ਤਾਂ ਬਖਸ਼ ਦਿਆ ਕਰੋ। ਹੁਣ ਗੱਲ ਇੰਨੀ ਹੈ ਕਿ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ, ਹੁਣ ਉਹਦੀ ਤੁਸੀਂ ਜ਼ਿਕਰ ਕੀਤਾ ਹੈ, ਇਹਨਾਂ 'ਚ ਕੰਟਰਾਡਿਕਸ਼ਨਸ ਬਹੁਤ ਹੈ, ਐਂਡ ਇਹਦਾ ਮਕਸਦ ਕਦੇ ਵੀ ਨੈਸ਼ਨਲ ਯੂਨਿਟੀ ਨਹੀਂ ਹੈ, ਇਲੈਕਟਰਲ ਪੋਲਿਟਿਕਸ ਦੇ ਇੰਟਰਸਟ ਹੈ। ਗੌਰਵ ਜੀ, ਹੋ ਕਮ ਇੱਕ ਐਕਸਟ੍ਰੀਮ ਰਾਈਟ ਐਕਸਟ੍ਰੀਮ ਲੈਫਟ ਨਾਲ ਇਕੱਠੇ ਹੋ ਜਾਣ। ਹੁਣ ਨੇ 13 ਮੈਂਬਰ ਬਣਾਏ ਹੈ, ਸਾਰਿਆਂ ਨੇ ਆਪਣੇ ਸੀਨੀਅਰ ਬਣਾਏ ਹੈ। ਵਾਈ ਨਾਟ ਕਾਂਗਰਸ ਦੇ ਮੈਡਮ ਗਾਂਧੀ ਜੀ ਵਿੱਚ ਆਏ, ਵਾਈ ਨਾਟ ਰਾਹੁਲ ਗਾਂਧੀ ਜੀ ਵਿੱਚ ਆਏ। ਰੀਜ਼ਨ ਇਹਦੇ ਪਿੱਛੇ ਬਿਕੋਜ਼ ਹਲੇ ਵੀ ਡਿਸੈਂਟ ਚੱਲ ਰਹੀ ਹੈ ਕਿ ਹੂ ਵਿਲ ਬੀ ਦੀ ਕਨਵੀਨਰ। ਹੁਣ ਦਿੱਕਤ ਜਿਹੜੀ ਹੈਗੀ ਉਹ ਹੋਰ ਹੈ, ਐਂਡ ਹਰ ਪਾਰਟੀ ਐਵੇਂ ਦੇਖੋ 67 ਤੱਕ ਜੇ ਇਕੱਠੇ ਆਂਦੇ ਉਦੋਂ ਫੈਡਰਲ ਸਟਰਕਚਰ ਨੂੰ ਕੀ ਹੋ ਗਿਆ ਸੀ? What was the problem with federal structure? ਜੇ 1967 ਤੱਕ ਇੱਕ ਟਾਈਮ ਇਲੈਕਸ਼ਨ ਹੋ ਗਈਆਂ, ਵੋਟ ਪਾ ਕੇ ਇੱਕ ਟਾਈਮ ਗਵਰਨਮੈਂਟ ਬਣ ਜਾਵੇ ਤੇ ਗਵਰਨਮੈਂਟ ਇਨਸ਼ੋਰ ਹੋਵੇ ਕਿ ਉਹ ਅਸੈਂਬਲੀ ਹੈ ਜਾਂ ਪਾਰਲੀਮੈਂਟ ਹੈ 5 ਸਾਲ ਚੱਲੂਗੀ। ਮੈਂ ਸੋਚਦਾ ਇਹ ਵੀ ਨੈਸ਼ਨਲ ਇੰਟਰਸਟ ਹੋਊਗਾ, ਠੀਕ ਹੈ, ਕਿ ਤੁਸੀਂ 2 ਮਹੀਨੇ ਬਾਅਦ ਭੰਗ ਕਰ ਦੋ, ਰੀ ਇਲੈਕਸ਼ਨ ਕਰ ਦੋ, ਪ੍ਰੋਵਾਈਡਡ ਪ੍ਰੈਕਟੀਕਲ ਸੋਲੂਸ਼ਨਸ ਕੋਈ ਨਿਕਲਦੇ ਆ। ਇਹ ਬਹੁਤ ਲੰਬੀ ਡਿਬੇਟ ਹੈ, ਇਹਨੂੰ ਆਪਾਂ ਇੰਨੀ ਜਲਦੀ ਵਾਈਂਡ ਅਪ ਨਹੀਂ ਕਰ ਸਕਦੇ। ਬਿਲਕੁਲ ਸੰਘੇੜਾ ਸਾਹਿਬ। ਦੇਖੋ ਜੀ, ਅਕਾਲੀ ਦਲ ਦਾ ਮੈਂ ਪਹਿਲਾਂ ਥੋੜੇ ਜਵਾਬ ਦੇ ਦੇਵਾਂ ਵੀ ਇਹਨਾਂ ਦਾ ਕੀ ਮੰਚ ਆਇਆ। ਮੈਂ ਇਹਨਾਂ ਨੂੰ ਸ਼ੁਰੂ ਤੋਂ ਜਾਣਦਾ ਆ। ਗੌਰਵ ਜੀ, ਤੁਸੀਂ ਮੇਰੇ ਖਿਆਲ ਉਦੋਂ ਬਹੁਤ ਛੋਟੇ ਹੋਵੋਗੇ ਜਾਂ ਅਜੇ ਉਦੋਂ ਪੈਦਾ ਨਹੀਂ ਹੋਏ ਹੋਣੇ ਜਦੋਂ ਪੰਜਾਬ 'ਚ ਮੋਰਚਾ ਲਾਇਆ ਗਿਆ ਸੀ। ਪੰਜਾਬ 'ਚ ਮੋਰਚਾ ਪੰਜਾਬ ਦੀਆਂ ਮੰਗਾਂ ਲਈ ਲਾਇਆ ਸੀ। ਜਦੋਂ ਇਹ ਦਿੱਲੀ ਜਾਂਦੇ ਸੀਗੇ, ਸ਼੍ਰੋਮਣੀ ਅਕਾਲੀ ਦਲ ਵਾਲੇ ਦਿੱਲੀ ਜਾਂਦੇ ਸੀ ਕਾਂਗਰਸ ਨਾਲ ਸਮਝੌਤਾ ਕਰਨ ਇੰਦਰਾ ਗਾਂਧੀ ਨਾਲ, ਤਾਂ ਉੱਥੇ ਗੱਲ ਇਹ ਕਰਦੇ ਸੀ ਕਿ ਪੰਜਾਬ 'ਚ ਸਾਨੂੰ ਰਾਜ ਕਰ ਲੈਣ ਦਿਓ, ਉੱਪਰ ਤੁਸੀਂ ਕਰੀ ਚੱਲੋ। ਇਹਨਾਂ ਦਾ ਸਿਰਫ ਰਾਜ ਕਰਨ ਦਾ ਮਕਸਦ ਹੈ, ਤਾਂ ਹੀ ਇਹ ਪੂਛ ਹਿਲਾਉਂਦੇ ਫਿਰਦੇ ਆ ਬੀਜੇਪੀ ਦੇ ਖਿਲਾਫ। ਬੀਜੇਪੀ ਦੇ ਖਿਲਾਫ ਜਿਹੜੇ ਤੁਸੀਂ ਗੱਲ ਕਰਦੇ ਨਾ, ਪੰਚਾਇਤਾਂ ਭੰਗ ਕਰਤੀਆਂ, ਕਿੰਨੀ ਕੁ ਦੇਰ ਪਹਿਲਾਂ ਕਰਤੀਆਂ। ਜਿਹੜੇ ਆਫੀਸਰ ਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ, ਆਫੀਸਰ ਨੂੰ ਟ੍ਰੇਨਿੰਗ ਨਹੀਂ ਹੈ, ਆਫੀਸਰ ਨੇ ਕੇਸ ਪ੍ਰੋਸੈਸ ਕਰਕੇ ਉਹਨਾਂ ਨੇ ਠੀਕ ਕੇਸ ਨਹੀਂ ਪੇਸ਼ ਕਰਨਾ ਹੁੰਦਾ। ਜੇ ਕਿਸੇ ਨੇ ਗਲਤੀ ਕੀਤੀ ਉਹਦੇ ਵਿਰੁੱਧ ਕਾਰਵਾਈ ਸ਼ੁਰੂ ਹੋਈ ਹੈ। ਮੈਂ ਪੁਆਇੰਟ ਤੇ ਰਹਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਨਜਾਇਜ਼ ਮੁਕੱਦਮੇ ਦਰਜ ਕਰਾਉਂਦੇ ਰਹੇ ਹੋ, ਅਸੀਂ ਤਾਂ ਉਹਦੀ ਕਾਰਵਾਈ ਸ਼ੁਰੂ ਕੀਤੀ ਆ ਭਗਵੰਤ ਮਾਨ ਸਾਹਿਬ ਨੇ। ਸੰਘੇੜਾ ਸਾਹਿਬ, ਮੈਂ ਪੁਆਇੰਟ ਦੇ ਉੱਤੇ ਰਹਾ। ਮੇਰਾ ਇੱਕ ਛੋਟਾ ਜਿਹਾ ਸਵਾਲ ਦੇਖੋ, ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਇਆ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੈਰਲਲ ਯੂਪੀ ਦੇ ਵਿੱਚ ਵੀ ਇਲੈਕਸ਼ਨ ਹੋਇਆ, ਕਿ ਜੇਕਰ ਸੈਂਟਰ ਦੀ ਸਰਕਾਰ ਇਕੱਠੇ ਚੋਣਾਂ ਕਰਵਾਉਣ ਵਾਲਾ ਫੈਸਲਾ ਲੈਂਦੀ ਹੈ ਤੇ ਜੇਕਰ ਜਿਹੜੀਆਂ ਵਿਧਾਨ ਸਭਾ ਦਾ ਸਮਾਂ ਬਾਕੀ ਉਹਨਾਂ ਨੂੰ ਭੰਗ ਕੀਤਾ ਜਾਂਦਾ ਹੈ, ਤਾਂ ਇੰਪਲੀਮੈਂਟ ਤਾਂ ਫਿਰ ਯੂਪੀ ਤੇ ਵੀ ਹੋਏਗਾ, ਬੀਜੇਪੀ ਤੇ ਵੀ ਹੋਏਗਾ ਨਾ। ਉਹ ਤਾਂ ਬੀਜੇਪੀ ਦੀ ਸਰਕਾਰ ਹੈ ਜਿੱਥੇ। ਗੌਰਵ ਜੀ, ਤੁਸੀਂ ਦੇਖੋ ਨਾ, ਇੱਥੇ ਹਿੰਦੀ ਵੀ ਸਾਰਿਆਂ ਦੀ ਭਾਸ਼ਾ ਨਹੀਂ ਹੈ। ਪੰਜਾਬ 'ਚ ਇੰਡੀਆ ਦੇ ਵਿੱਚ ਭਾਸ਼ਾਵਾਂ ਪਤਾ ਕਿੰਨੀਆਂ, ਕਿੰਨੇ ਕਲਚਰ ਦੇ ਲੋਕ ਨੇ, ਕਿੰਨਾ ਗੁਲਦਸਤਾ, ਵੱਡਾ ਗੁਲਦਸਤਾ ਆ, ਔਰ ਸਾਰੇ ਪਿਆਰ ਭਾਵਨਾ ਨਾਲ ਰਹਿੰਦੇ ਨੇ, ਔਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਥਾਵਾਂ ਤੇ ਮੌਸਮ ਨੇ, ਸੂਬੇ ਵੀ ਨੇ, ਇਸ ਕਰਕੇ ਪੋਸੀਬਲ ਹੀ ਨਹੀਂ ਹੈ। ਇਹ ਇੱਕ ਵੀ ਗੱਲ ਜਵਾਬ ਦੇ ਦੇਣ, ਇਹ ਜਿੱਦਾਂ ਵਨ ਪਾਰਟੀ ਦੀ ਗੱਲ ਹੋਈ ਆ ਨਾ, ਪਹਿਲੇ ਕਾਂਗਰਸ ਨੂੰ ਨਿਗਲਣ ਦੀ ਕੋਸ਼ਿਸ਼ ਕਰਦੇ ਰਹੇ ਆ, ਉਹ ਇਨ ਦਾ ਮੀਨ ਟਾਈਮ ਆਮ ਆਦਮੀ ਪਾਰਟੀ ਬੜੀ ਤੇਜ਼ੀ ਨਾਲ ਪ੍ਰੋਗਰੈਸ ਕਰਨ ਲੱਗ ਗਈ। ਕੇਜਰੀਵਾਲ ਸਾਹਿਬ ਜਿਹੜੇ ਆ, ਉਹਨਾਂ ਨੇ ਪਾਰਟੀ ਗਠਨ ਕੀਤੀ, ਦੁਨੀਆ ਦੀ ਸਭ ਤੋਂ ਛੋਟੀ ਪਾਰਟੀ, ਸਭ ਤੋਂ ਵੱਧ ਗਰੋਥ ਰੇਟ ਹੈ ਇਹ। ਨਹੀਂ ਤਾਂ ਇਹਨਾਂ ਨੇ ਤਾਂ ਹੁਣ ਤੱਕ ਇੱਕ ਵਨ ਪਾਰਟੀ ਵਨ ਰੂਲ ਕਰ ਦੇਣਾ ਸੀਗਾ, ਇੱਕ ਸਰਕਾਰ ਇੱਕ ਮਤਲਬ ਸਾਰਾ ਕੁਝ। ਇਹ ਤਾਂ ਸੰਵਿਧਾਨ ਦੇ ਮਗਰਾਤ ਹੋ ਕੇ ਪਏ ਹੋਏ ਆ, ਚਾਹੇ ਉਹ ਦਿੱਲੀ ਦੀ ਸਰਕਾਰ ਹੈ, ਚਾਹੇ ਉਹ ਪੂਰਾ ਇੰਡੀਆ ਆ। ਸਭ ਤੋਂ ਵੱਡਾ ਮੁੱਦਾ ਇੰਡੀਆ ਦੇ ਲੋਕ ਨੇ,
ਸਭ ਤੋਂ ਵੱਡਾ ਮੁੱਦਾ ਡੈਮੋਕ੍ਰੇਸੀ ਆ। ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਜਿਹੜਾ ਸੰਵਿਧਾਨ ਬਣਾਇਆ ਹੋਇਆ ਉਹਦੇ ਵਿੱਚ ਅਮੈਂਡਮੈਂਟਸ ਕਰਨਗੇ ਨਾ ਕਿਸ ਕੰਮ ਲਈ, ਆਪਣਾ ਗਲਬਾ ਕਾਇਮ ਰੱਖਣ ਲਈ। ਮਹਿੰਗਾਈ ਇੰਨੀ ਵੱਧ ਗਈ ਆ। ਜਵਾਬ ਲੈ ਲਓ ਸਰ, ਪਰ ਲੋਕ ਸਮਝਣਾ ਚਾਹੁੰਦੇ ਨੇ ਸੰਘੇੜਾ ਸਾਹਿਬ ਕਿ ਬੀਜੇਪੀ ਨੂੰ ਇਸ ਦਾ ਫਾਇਦਾ ਹੋਏਗਾ ਜੇ ਪੂਰੇ ਦੇਸ਼ 'ਚ ਇਕੱਠੇ ਇਲੈਕਸ਼ਨ ਹੁੰਦੀ ਹੈ। ਤੁਹਾਨੂੰ ਲੱਗ ਰਿਹਾ ਬੀਜੇਪੀ ਨੂੰ ਫਾਇਦਾ ਹੋਏਗਾ? ਫਾਇਦਾ ਹੁੰਦਾ ਚਾਹੇ ਨਹੀਂ ਹੁੰਦਾ ਜੀ, ਇਹ ਸੰਘੀ ਢਾਂਚੇ ਦਾ ਨੁਕਸਾਨ ਜ਼ਰੂਰ ਕਰ ਜਾਣਗੇ। ਠੀਕ ਹੈ ਜੋਸ਼ੀ, ਛੋਟੀ ਮੈਂ ਖੜਿਆਲ ਸਾਹਿਬ ਤੁਹਾਡੇ ਕੋਲ ਆ ਰਿਹਾ ਜੀ, ਖੜਿਆਲ ਸਾਹਿਬ ਇੱਕ ਇੱਕ ਕਰਕੇ ਬੋਲਦੇ ਰਹੋ, ਮੇਰੀ ਰਿਕੁਐਸਟ ਹੈ। ਸਾਹਿਬ ਤੁਹਾਡੇ ਸਵਾਲ ਦਾ ਜਵਾਬ ਤਾਂ ਹੁਣੇ ਮਿਲ ਗਿਆ, ਇਹ ਤੇ ਹੁਣੇ ਤੁਹਾਨੂੰ ਇੱਥੇ ਕਰੀ ਜਾਂਦੇ, ਤੁਸੀਂ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਬੈਠੇ ਦਿੱਲੀ ਬੰਬੇ ਤੋਂ, ਇਹ ਤੇ ਹੁਣੇ ਤੁਹਾਨੂੰ ਇੰਨੀ ਗੱਲ ਕਹਿੰਦੇ ਇਲੈਕਸ਼ਨ ਤੁਹਾਂ ਕੀ ਲੜਨੀ। ਇਹੋ ਹੀ ਪ੍ਰੋਬਲਮ ਸਭ ਤੋਂ ਵੱਡੀ ਆ, ਇਹੋ ਹੀ ਪ੍ਰੋਬਲਮ ਆਮ ਆਦਮੀ ਪਾਰਟੀ ਦੀ। ਕਾਂਗਰਸ ਮੁਕਤ ਭਾਰਤ ਕਿਹਾ ਨਹੀਂ ਹੈ?